3.2 ਅਭਿਆਸ ਵਿੱਚ ਬੱਚੋ ਅਸੀਂ ਦੋ ਚੀਜ਼ਾਂ ਇਹਦੇ ਵਿੱਚ ਸਿੱਖਣੀਆਂ ਹਨ। ਤਾਂ ਇੱਕ ਬੱਚੋ ਇੱਥੇ ਸਾਡੇ ਕੋਲ ਬਹੁਲਕ ਪਤਾ ਕਰਨ ਲਈ ਕਿਹਾ ਜਾਏਗਾ ਔਰ ਦੂਸਰਾ ਸਾਨੂੰ ਬੱਚੋ ਮੱਧਿਕਾ ਪਤਾ ਕਰਨ ਲਈ ਕਿਹਾ ਜਾਏਗਾ। ਤਾਂ ਸਾਰੇ ਹੀ ਸਵਾਲਾਂ ਵਿੱਚ ਬੱਚੋ ਜਿਸ ਤਰ੍ਹਾਂ ਇਹ ਪਹਿਲਾ ਸਵਾਲ ਹੈ, ਇਹਦੇ ਵਿੱਚ ਕੁਛ ਇੱਕ ਸਾਨੂੰ ਅੰਕੜੇ ਦਿੱਤੇ ਗਏ ਹਨ ਔਰ ਇਹ ਸ਼ਬਦ ਦੇਖੋ ਲਿਖੇ ਹਨ ਕਿ ਬਹੁਲਕ ਅਤੇ ਮੱਧਿਕਾ ਪਤਾ ਕਰੋ। ਇਹ ਤੁਹਾਡੇ ਸਾਹਮਣੇ ਜੋ ਬੱਚੋ ਸ਼ਬਦ ਆ ਰਹੇ ਹਨ, ਬਹੁਲਕ ਅਤੇ ਮੱਧਿਕਾ। ਇਸੇ ਤਰ੍ਹਾਂ ਬੱਚੋ ਇਹ ਬਾਕੀ ਸਾਰੇ ਸਵਾਲ ਵੀ ਹਨ। ਅਸੀਂ ਸਭ ਤੋਂ ਪਹਿਲਾਂ ਬੱਚੋ ਕੀ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਬੱਚੋ ਜੋ ਸਾਡੇ ਕੋਲ ਇੱਥੇ 4 ਨੰਬਰ ਸਵਾਲ ਹੈ, ਅਸੀਂ ਇਹਦੀ ਰਕਮ ਨੂੰ ਪੜ੍ਹਦੇ ਹਾਂ। ਹੇਠਾਂ ਲਿਖੇ ਅੰਕੜਿਆਂ ਦਾ ਬਹੁਲਕ ਅਤੇ ਮੱਧਿਕਾ ਪਤਾ ਕਰੋ। ਆਹ ਬੱਚੋ ਸਾਨੂੰ ਕੁਝ ਅੰਕੜੇ ਦਿੱਤੇ ਹੋਏ ਹਨ, 13, 16, 12, 14, 19, 12, 14, 13, 14। ਤਾਂ ਬੱਚੋ ਅਸੀਂ ਵੇਖਦੇ ਹਾਂ ਕਿ ਬਹੁਲਕ ਔਰ ਮੱਧਿਕਾ ਇਹ ਕਿਸ ਤਰ੍ਹਾਂ ਪਤਾ ਕੀਤੇ ਜਾਂਦੇ ਹਨ। ਤਾਂ ਬੱਚੋ 3.2 ਦੇ ਚੌਥੇ ਸਵਾਲ ਦੇ ਵਿੱਚ ਬਹੁਲਕ ਅਤੇ ਮੱਧਿਕਾ ਪਤਾ ਕਰਨ ਨੂੰ ਸਾਨੂੰ ਕਿਹਾ ਗਿਆ ਹੈ। ਇਹ ਬੱਚੋ ਦੋ ਨਵੇਂ ਸ਼ਬਦ ਤੁਹਾਡੇ ਸਾਹਮਣੇ ਨੇ, ਪਰ ਬੱਚੋ ਪੜ੍ਹਨ ਦੇ ਵਿੱਚ, ਸੁਣਨ ਦੇ ਵਿੱਚ ਤੁਹਾਨੂੰ ਇਹ ਨਵੇਂ ਲੱਗਦੇ ਹੋਣ, ਹੋਰ ਤਰ੍ਹਾਂ ਲੱਗਦੇ ਹੋਣ, ਪਰ ਉਨੇ ਹੀ ਬੱਚੋ ਇਹ ਹੱਲ ਕਰਨ ਵਿੱਚ ਸੌਖੇ ਹਨ। ਤਾਂ ਬੱਚੋ ਕੀ ਕਰਨਾ ਹੈ, ਦੇਖੋ ਸਾਡੇ ਕੋਲ ਇਹ ਸਾਹਮਣੇ ਅੰਕੜੇ ਦਿੱਤੇ ਹੋਏ ਨੇ ਸਾਰੇ। ਹੱਲ ਕਰਨ ਲੱਗਿਆਂ ਬੱਚੋ ਅਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ, ਇਹਨਾਂ ਅੰਕੜਿਆਂ ਦਾ ਵਾਧਾ ਕ੍ਰਮ ਲਿਖਣਾ ਹੈ। ਇਹਨਾਂ ਨੂੰ ਵਾਧੇ ਕ੍ਰਮ ਵਿੱਚ ਲਿਖਣਾ ਹੈ। ਕੀ ਤਰੀਕਾ ਹੈ, ਮੈਂ ਇੱਥੇ ਸਭ ਤੋਂ ਪਹਿਲਾਂ ਪਾ ਲੈਂਦਾ ਹਾਂ ਵੱਧਦਾ ਕ੍ਰਮ। ਤਾਂ ਬੱਚੋ ਵਾਧੇ ਕ੍ਰਮ 'ਚ ਅਸੀਂ ਕੀ ਕਰਦੇ ਹਾਂ ਕਿ ਸਭ ਤੋਂ ਛੋਟੀ ਸੰਖਿਆ ਨੂੰ ਅਸੀਂ ਸਭ ਤੋਂ ਪਹਿਲਾਂ ਲਿਖਣਾ ਹੁੰਦਾ। ਛੋਟੀ ਸੰਖਿਆ ਲੱਭਣ ਦਾ ਤਰੀਕਾ ਕੀ, ਜਿਸ ਤਰ੍ਹਾਂ ਮੈਂ 13 ਉੱਪਰ ਗਿਆ, ਮੇਰੀ ਕੋਸ਼ਿਸ਼ ਹੋਈ ਕਿਤੇ 12 ਹੋਵੇ। ਹਾਂਜੀ 12 ਵੀ ਨਜ਼ਰ ਆ ਗਿਆ। ਸਾਡੀ ਕੋਸ਼ਿਸ਼ ਹੋਏਗੀ ਕਿਤੇ 11 ਜਾਂ ਉਸ ਤੋਂ ਛੋਟੀ। ਅਸੀਂ ਸਾਰੀਆਂ ਰਕਮਾਂ ਨੂੰ ਤਲਾਸ਼ਿਆ, 12 ਤੋਂ ਛੋਟੀ ਸੰਖਿਆ ਹੋਰ ਕੋਈ ਇਹਦੇ ਵਿੱਚ ਨਹੀਂ ਹੈ। ਤਾਂ ਸਭ ਤੋਂ ਪਹਿਲਾਂ ਬੱਚੋ ਅਸੀਂ 12 ਤੋਂ ਸ਼ੁਰੂਆਤ ਕੀਤੀ ਔਰ ਇੱਥੇ ਇੱਕ 12 ਦੇ ਉੱਤੇ ਨਿਸ਼ਾਨ ਲਗਾ ਦਿੱਤਾ। ਅਸੀਂ ਚੈੱਕ ਕਰਨਾ ਹੈ ਕਿ ਕੋਈ ਹੋਰ 12 ਤਾਂ ਨਹੀਂ ਇੱਥੇ ਹੈ। ਹਾਂ ਬੱਚੋ ਬਿਲਕੁਲ ਹੈ। ਇਹਦੇ ਉੱਪਰ ਨਿਸ਼ਾਨ ਲਾਇਆ, ਇਹ ਸੰਖਿਆ ਨੂੰ ਇੱਥੇ ਲਿਖ ਦਿੱਤਾ। ਤਾਂ ਦੇਖੋ ਬੱਚੋ ਕੋਈ ਹੋਰ 12 ਨਹੀਂ ਹੈ। ਉਸ ਤੋਂ ਬਾਅਦ ਬੱਚੋ 13 ਹੈ, ਇਸ 13 ਨੂੰ ਅਸੀਂ ਇੱਥੇ ਲਿਖ ਦਿੱਤਾ। ਫਿਰ ਵੇਖੋ ਇੱਕ ਹੋਰ 13 ਇੱਥੇ ਪਿਆ ਹੈ, ਇਸ 13 ਨੂੰ ਵੀ ਅਸੀਂ ਇੱਥੇ ਲਿਖ ਦਿੱਤਾ। ਇਹ ਬੱਚੋ ਅਸੀਂ ਵਾਧੇ ਕ੍ਰਮ 'ਚ ਲਿਖ ਰਹੇ ਹਾਂ। ਸਭ ਤੋਂ ਪਹਿਲਾਂ ਛੋਟੀ ਸੰਖਿਆ, ਫਿਰ ਉਸ ਤੋਂ ਵੱਡੀ ਸੰਖਿਆ। 13 ਤੋਂ ਬਾਅਦ ਬੱਚੋ ਦੇਖੋ ਸਾਨੂੰ ਸਾਫ਼ ਦਿਸ ਰਿਹਾ 14, ਇਸ 14 ਨੂੰ ਅਸੀਂ ਇੱਥੇ ਲਿਖ ਦਿੰਦੇ ਹਾਂ। ਹੋਰ ਦੇਖੀਏ ਕੋਈ ਹੋਰ 14 ਇੱਥੇ ਹੈ। ਹਾਂ ਬਿਲਕੁਲ ਹੈ। ਇਸ 14 ਨੂੰ ਵੀ ਅਸੀਂ ਇੱਥੇ ਲੈ ਜਾਂਦੇ ਹਾਂ ਔਰ ਦੇਖੋ ਬੱਚੋ ਇੱਕ 14 ਵਾਲਾ ਪਿਆ, ਇਸ 14 ਨੂੰ ਵੀ ਅਸੀਂ ਇੱਥੇ ਲੈ ਜਾਂਦੇ ਹਾਂ। 14 ਤੋਂ ਬਾਅਦ ਬੱਚੋ ਅਸੀਂ 15 ਦੇਖ ਰਹੇ ਹਾਂ, ਕਿਤੇ ਨਹੀਂ ਹੈ। ਹਾਂ ਇਹ 16 ਹੈ। ਤਾਂ ਬੱਚੋ ਅਸੀਂ 16 ਨੂੰ ਇੱਥੇ ਰੱਖ ਲੈਂਦੇ ਹਾਂ। ਉਸ ਤੋਂ ਬਾਅਦ 19 ਆਹ ਵਾਲੀ ਸੰਖਿਆ ਆ ਗਈ। ਤਾਂ ਬੱਚੋ ਦੇਖੋ ਲਗਭਗ ਸਾਰੀਆਂ ਹੀ ਰਕਮਾਂ ਸਾਡੀਆਂ ਇੱਥੇ ਆ ਗਈਆਂ, ਪਰ ਅਸੀਂ ਚੈੱਕ ਕਰਨ ਲਈ ਕੀ ਕਰਦੇ ਨੂੰ ਗਿਣ ਲੈਂਦੇ ਹਾਂ। 1 2 3 4 5 6 7 8 9। ਇੱਥੇ 1 2 3 4 5 6 7 8 9। ਤਾਂ ਇਹਦਾ ਮਤਲਬ ਸਾਡੀਆਂ ਸੰਖਿਆਵਾਂ ਸਾਰੀਆਂ ਇੱਥੇ ਆ ਚੁੱਕੀਆਂ। ਹੁਣ ਬੱਚੋ ਸਵਾਲ ਇਹ ਕਿ ਅਸੀਂ ਬਹੁਲਕ ਨੂੰ ਕਿਵੇਂ ਪਤਾ ਕਰਨਾ। ਮੈਂ ਲਿਖ ਲੈਣਾ ਬਹੁਲਕ। ਤਾਂ ਬੱਚੋ ਬਹੁਲਕ ਇਹਨਾਂ ਸੰਖਿਆਵਾਂ ਵਿੱਚੋਂ ਹੀ ਕੋਈ ਇੱਕ ਸੰਖਿਆ ਹੋਏਗੀ। ਦੇਖੋ ਜਦੋਂ ਅਸੀਂ ਬਹੁਲਕ ਸ਼ਬਦ ਨੂੰ ਪੜ੍ਹਦੇ ਹਾਂ ਤਾਂ ਸਾਡੇ ਮਨ ਵਿੱਚ ਸ਼ਬਦ ਆਉਂਦਾ ਹੈ ਬਹੁਤਾ, ਜਾਂ ਜਿਸ ਤਰ੍ਹਾਂ ਪੰਜਾਬੀ 'ਚ ਅਸੀਂ ਬਹੁਵਚਨ ਸ਼ਬਦ ਕਹਿੰਦੇ ਹਾਂ, ਭਾਵ ਕਿ ਬਹੁਤਾ। ਇੱਥੇ ਬੱਚਿਓ ਬਹੁਲਕ ਉਹ ਸੰਖਿਆ ਏ ਜਿਹੜੀ ਬਹੁਤੀ ਵਾਰਾਂ ਆਉਂਦੀ ਆ, ਜ਼ਿਆਦਾ ਵਾਰਾਂ ਆਉਂਦੀ ਆ। ਔਰ ਬੱਚਿਓ ਜ਼ਿਆਦਾ ਵਾਰਾਂ ਸੰਖਿਆ ਇੱਥੇ ਕਿਹੜੀ ਆ ਰਹੀ ਹੈ, ਦੇਖੋ 12 2 ਵਾਰਾਂ ਆ ਰਿਹਾ, 13 ਵੀ 2 ਵਾਰਾਂ, ਪਰ 14 ਨੂੰ ਬੱਚੋ ਤੁਸੀਂ ਵੇਖੋ 1 2 3 ਵਾਰਾਂ ਆ ਰਿਹਾ। ਹੋਰ ਕੋਈ ਵੀ ਸੰਖਿਆ ਇੰਨੀ ਵਾਰ ਨਹੀਂ ਆ ਰਹੀ। ਤਾਂ ਬੱਚੋ ਜਿਹੜੀ ਸੰਖਿਆ ਸਭ ਤੋਂ ਵੱਧ ਵਾਰ ਰਿਪੀਟ ਹੋ ਰਹੀ ਆ, ਵਾਰੀ ਆ ਰਹੀ ਆ, ਉਹ ਸਾਡਾ ਬਹੁਲਕ ਹੈ। ਤਾਂ ਇੱਥੇ ਬੱਚੋ ਸਾਡਾ ਬਹੁਲਕ ਦਾ ਜਵਾਬ ਸਾਨੂੰ ਲੱਭ ਗਿਆ 14। ਦੇਖੋ ਕਿੰਨਾ ਸਿੰਪਲ ਕੰਮ ਹੈ ਕਿ ਜਿਹੜੀ ਸੰਖਿਆ ਬੱਚੋ ਜ਼ਿਆਦਾ ਵਾਰ ਆਉਂਦੀ ਹੈ ਉਸ ਨੂੰ ਅਸੀਂ ਬਹੁਲਕ ਕਹਿੰਦੇ ਹਾਂ। ਸਾਡਾ ਬਹੁਲਕ 14 ਜਵਾਬ ਇੱਥੇ ਆ ਗਿਆ ਹੈ। ਅੱਗੇ ਬੱਚੋ ਅਸੀਂ ਮੱਧਿਕਾ ਲੱਭਣੀ ਹੈ। ਤਾਂ ਬੱਚੋ ਮੱਧਿਕਾ ਦੇਖੋ ਜਦੋਂ ਸ਼ਬਦ ਅਸੀਂ ਪੜ੍ਹਦੇ ਹਾਂ, ਅਸਲ ਵਿੱਚ ਬੇਟਾ ਹਿੰਦੀ ਵਿੱਚ ਸ਼ਬਦ ਆਉਂਦਾ ਮੱਧਿਆ, ਭਾਵ ਕਿ ਬਿਲਕੁਲ ਵਿਚਕਾਰਲਾ। ਤਾਂ ਉਹਦੇ ਤੋਂ ਇਹ ਸ਼ਬਦ ਬੇਟਾ ਇਹ ਸਾਨੂੰ ਸਮਝ ਆਉਂਦਾ ਹੈ ਮੱਧਿਕਾ। ਇਹਦਾ ਮਤਲਬ ਇਹਦੇ ਬਿਲਕੁਲ ਸੈਂਟਰ ਵਾਲੀ। ਹੁਣ ਬੱਚੋ ਇਹ ਸੰਖਿਆਵਾਂ ਅਸੀਂ ਗਿਣੀਆਂ ਸਨ, ਕਿੰਨੀਆਂ ਸਨ, ਇਹ 9 ਸੰਖਿਆਵਾਂ ਸਨ। ਤਾਂ ਜੇ ਬੱਚੋ 9 ਦਾ ਅਸੀਂ ਅੱਧ ਕਰਦੇ ਹਾਂ, ਉਹ 4.5 ਬਣਦਾ। ਤਾਂ ਬੱਚੋ ਕੀ ਆ ਕਿ 4.5 ਸਾਨੂੰ ਇਹ ਸੁਜੈਸਟ ਕਰਦਾ ਹੈ, ਇਹ ਸਾਨੂੰ ਸੁਝਾਅ ਦਿੰਦਾ ਹੈ ਕਿ ਅਸੀਂ ਇੱਧਰ 4 ਸੰਖਿਆਵਾਂ 1 2 3 4 4 ਸੰਖਿਆਵਾਂ ਇੱਧਰ ਛੱਡ ਲਈਆਂ ਔਰ 4 ਹੀ ਪਰਲੇ ਪਾਸੇ 1 2 3 4। ਜਦੋਂ 4 ਇੱਧਰ ਛੱਡ ਦਿੱਤੀਆਂ, 4 ਇੱਧਰ ਛੱਡ ਦਿੱਤੀਆਂ,
ਤਾਂ ਬੱਚਿਓ ਆਹ ਵਾਲੀ ਸੰਖਿਆ ਜੋ ਸਾਡੀ ਵਿਚਕਾਰ ਵਾਲੀ ਸੰਖਿਆ ਹੈ, ਇਹ ਬੱਚਿਓ ਸਾਡੀ 14 ਮੱਧਿਕਾ ਸੰਖਿਆ ਹੈ। ਤਾਂ ਦੇਖੋ ਬੱਚਿਓ ਦੋਨੋਂ ਸੰਖਿਆਵਾਂ ਅਸੀਂ ਲੱਭ ਲਈਆਂ ਹਨ, ਬੌਲਕ ਵੀ ਲੱਭ ਲਿਆ ਹੈ ਔਰ ਅਸੀਂ ਮੱਧਿਕਾ ਨੂੰ ਲੱਭ ਲਿਆ ਹੈ। ਤਾਂ ਇੱਥੇ ਬੱਚਿਓ ਇਸ ਸਵਾਲ ਦੇ ਵਿੱਚ ਕੀ ਹੈ ਕਿ ਬੌਲਕ ਦਾ ਜਵਾਬ ਵੀ 14 ਹੈ, ਮੱਧਿਕਾ ਦਾ ਜਵਾਬ ਵੀ 14 ਹੈ, ਪਰ ਜ਼ਰੂਰੀ ਨਹੀਂ ਬੱਚਿਓ ਕਿ ਦੋਨੋਂ ਚੀਜ਼ਾਂ ਹਰ ਸਵਾਲ ਦੇ ਵਿੱਚ ਬਰਾਬਰ ਹੋਣ। ਕਈ ਵਾਰ ਸਾਨੂੰ ਇੱਕ ਗੱਲ ਪੁੱਛ ਲਈ ਜਾਂਦੀ ਹੈ ਕਿ ਕੀ ਇਸ ਸਵਾਲ ਦੇ ਵਿੱਚ ਬੌਲਕ ਔਰ ਮੱਧਿਕਾ ਬਰਾਬਰ ਹਨ। ਜੇ ਬੱਚਿਓ ਬਰਾਬਰ ਹੋਣ ਤਾਂ ਅਸੀਂ ਕਹਾਂਗੇ ਜੀ ਹਾਂ ਇਹ ਦੋਨੋਂ ਸੰਖਿਆਵਾਂ ਬਰਾਬਰ ਹਨ। ਤਾਂ ਇਸ ਤਰ੍ਹਾਂ ਬੱਚਿਓ ਅਸੀਂ ਬਾਕੀ ਦੇ ਸਾਰੇ ਸਵਾਲ ਜੋ ਹਨ ਉਹਨਾਂ ਨੂੰ ਅਸੀਂ ਹੱਲ ਕਰ ਸਕਦੇ ਹਾਂ। ਇਸੇ ਤਰ੍ਹਾਂ ਬੱਚਿਓ ਜੋ ਇਸ ਦੇ ਬਾਕੀ ਦੇ ਸਵਾਲ ਹਨ ਇਸ ਅਭਿਆਸ ਦੇ, ਉਹਨਾਂ ਸਾਰਿਆਂ ਨੂੰ ਅਸੀਂ ਹੱਲ ਕਰ ਲੈਣਾ ਹੈ। ਜਿਸ ਤਰ੍ਹਾਂ ਇਹ ਪਹਿਲਾ ਸਵਾਲ ਹੈ, ਇਹ ਬੱਚਿਓ ਇਹਦੇ ਵਿੱਚ ਅੰਕੜੇ ਦਿੱਤੇ ਹੋਏ ਹਨ ਔਰ ਇਸ ਵਿੱਚ ਸਾਨੂੰ ਬੱਚਿਓ ਬੌਲਕ ਅਤੇ ਮੱਧਿਕਾ ਪਤਾ ਕਰਨ ਲਈ ਕਿਹਾ ਗਿਆ ਹੈ। ਔਰ ਦੇਖੋ ਇੱਥੇ ਪੁੱਛਿਆ ਹੈ ਕਿ ਕੀ ਇਹ ਬਰਾਬਰ ਹਨ। ਇਹ ਬੱਚਿਓ ਤੁਸੀਂ ਸਵਾਲ ਕਰ ਤਾਂ ਦੇਖੋ ਬੱਚਿਓ ਇੱਥੇ ਸਾਨੂੰ ਇਹਨਾਂ ਅੰਕੜਿਆਂ ਦੀ ਬੌਲਕ ਅਤੇ ਮੱਧਿਕਾ ਪਤਾ ਕਰਨ ਲਈ ਕਿਹਾ ਗਿਆ ਹੈ ਔਰ ਪੁੱਛਿਆ ਵੀ ਹੈ ਕਿ ਕੀ ਇਹ ਬਰਾਬਰ ਹਨ। ਇਹ ਵੀ ਬੱਚਿਓ ਤੁਸੀਂ ਹੱਲ ਕਰਨਾ ਹੈ ਔਰ ਵੇਖਣਾ ਹੈ ਕਿ ਬਰਾਬਰ ਹਨ ਕਿ ਨਹੀਂ ਹਨ। ਅੱਗੇ ਬੱਚਿਓ ਜਿਹੜਾ 2 ਨੰਬਰ ਸਵਾਲ ਹੈ, ਦੇਖੋ ਇਹਦੇ ਵਿੱਚ ਸਾਨੂੰ ਤਿੰਨੇ ਚੀਜ਼ਾਂ ਹੀ ਪੁੱਛ ਲਈਆਂ। ਮੱਧਮਾਨ ਬਾਰੇ ਸਾਨੂੰ ਪੁੱਛ ਲਿਆ ਔਰ ਫਿਰ ਬੱਚਿਓ ਸਾਨੂੰ ਆ ਦੇਖੋ ਇੱਥੇ ਬੌਲਕ ਔਰ ਇਹ ਮੱਧਿਕਾ ਬਾਰੇ ਵੀ ਸਾਨੂੰ ਪੁੱਛ ਲਿਆ। ਤਾਂ ਬੱਚਿਓ ਹੁਣ ਇਹ ਸਾਰਾ ਕੁਝ ਤੁਸੀਂ ਹੱਲ ਕਰ ਸਕਦੇ ਹੋ। ਇਹਨਾਂ ਸਾਰੇ ਸਵਾਲਾਂ ਨੂੰ ਤੁਸੀਂ ਹੱਲ ਕਰਨਾ। ਔਰ ਦੇਖੋ ਬੱਚਿਓ ਥੱਲੇ 5 ਨੰਬਰ ਸਵਾਲ ਦੇ ਵਿੱਚ ਕਿਹਾ ਹੈ ਕਿ ਦੱਸੋ ਕਿ ਹੇਠ ਲਿਖੇ ਕਥਨ ਸੱਚ ਹਨ ਜਾਂ ਨਹੀਂ। ਬੌਲਕ ਅੰਕੜਿਆਂ ਵਿੱਚੋਂ ਹਮੇਸ਼ਾ ਇੱਕ ਸੰਖਿਆ ਹੁੰਦੀ ਹੈ। ਤਾਂ ਬਿਲਕੁਲ ਬੱਚਿਓ ਇਹ ਗੱਲ ਸਹੀ ਹੈ ਕਿ ਬੌਲਕ ਤਾਂ ਅੰਕੜਿਆਂ ਵਿੱਚੋਂ ਹੀ ਇੱਕ ਸੰਖਿਆ ਹੁੰਦੀ ਹੈ। ਮੱਧਮਾਨ ਦਿੱਤੇ ਹੋਏ ਅੰਕੜਿਆਂ ਵਿੱਚੋਂ ਇੱਕ ਸੰਖਿਆ ਹੁੰਦਾ ਹੈ। ਤਾਂ ਬੱਚਿਓ ਇਹ ਚੀਜ਼ ਜ਼ਰੂਰੀ ਨਹੀਂ ਗੀ। ਇਹ ਜਦੋਂ ਅਸੀਂ ਸਵਾਲ ਹੱਲ ਕਰਦੇ ਹਾਂ ਤਾਂ ਜ਼ਰੂਰੀ ਨਹੀਂ ਗਾ ਕਿ ਮੱਧਮਾਨ ਬਿਲਕੁਲ ਅੰਕੜਿਆਂ ਦੇ ਵਿੱਚੋਂ ਹੀ ਆਵੇ। ਇਹ ਥੋੜ੍ਹਾ ਫਰਕ ਵੀ ਹੋ ਸਕਦਾ ਹੈ। ਅਤੇ ਇਸ ਕਰਕੇ ਆ ਜੋ 2 ਨੰਬਰ ਹੈ ਇਹ ਬੱਚਿਓ ਕਥਨ ਬਿਲਕੁਲ ਸਹੀ ਨਹੀਂ ਹੈ, ਭਾਵ ਕਿ ਸੱਚ ਨਹੀਂ ਹੈ। ਮੱਧਿਕਾ ਅੰਕੜਿਆਂ ਵਿੱਚੋਂ ਹਮੇਸ਼ਾ ਇੱਕ ਸੰਖਿਆ ਹੁੰਦੀ ਹੈ, ਬੱਚਿਓ ਬਿਲਕੁਲ ਗੱਲ ਸਹੀ ਹੈ। ਔਰ ਬੱਚਿਓ ਥੱਲੇ 4 ਨੰਬਰ ਸਵਾਲ ਹੈ ਕਿ ਅੰਕੜਿਆਂ 6, 4, 3, 8, 9, 12, 13, 9 ਦਾ ਮੱਧਮਾਨ 9 ਹੈ। ਬੱਚਿਓ ਅਸੀਂ ਇਹਨਾਂ ਦਾ ਮੱਧਮਾਨ ਪਤਾ ਕਰਕੇ ਵੇਖ ਲੈਣਾ। ਅਗਰ ਤਾਂ ਇਹ ਆ ਗਿਆ ਤਾਂ ਕਵਾਂਗੇ ਸਹੀ ਹੈ, ਅਗਰ ਨਹੀਂ ਆਇਆ ਤਾਂ ਅਸੀਂ ਕਵਾਂਗੇ ਸਹੀ ਨਹੀਂ ਹੈ। ਤਾਂ ਲੋ ਬੱਚਿਓ ਇਸ ਤਰੀਕੇ ਨਾਲ ਇਹ ਸਾਰੀ ਅਸੀਂ ਅਭਿਆਸ ਹੱਲ ਕਰ ਸਕਦੇ ਹਾਂ।